ਨਵੰਬਰ 84 ਦੇ ਕਾਤਲੇਆਮ ਨੂੰ ਭਾਵੇਂ 39 ਸਾਲ ਹੋ ਗਏ ਨੇ, ਪਰ ਉਸ ਕਾਤਲੇਆਮ ਦੀ ਚੀਜ਼ ਅਜੇ ਵੀ ਬਰਕਰਾਰ ਹੈ, ਕਿਉਂਕਿ ਦੰਗਾਕਾਰੀਆਂ ਨੂੰ ਜਾਂ ਜਿਨ੍ਹਾਂ ਨੇ ਕਾਤਲੇਆਮ ਕੀਤਾ ਸੀ ਉਹਨਾਂ ਨੂੰ ਅਜੇ ਸਜ਼ਾਵਾਂ ਨਹੀਂ ਮਿਲੀਆਂ। ਦਿੱਲੀ ਜੋ ਕਾਤਲੇਆਮ ਹੋਇਆ ਉਹਦੇ ਬਾਰੇ ਤਾਂ ਹਰ ਕੋਈ ਜਾਣਦਾ, ਪਰ ਕੁਝ ਅਜੇ ਛੋਟੇ ਸ਼ਹਿਰ ਨੇ ਜਿੱਥੇ ਸਿੱਖਾਂ ਦਾ ਕਾਤਲੇਆਮ ਯੋਜਨਾਮਈ ਢੰਗ ਨਾਲ ਕੀਤਾ ਸੀ, ਪਰ ਮੁਲਜ਼ਮ ਅਜੇ ਵੀ ਬਚੇ ਹੋਏ ਨੇ। ਉਹਨਾਂ ਵਿੱਚੋਂ ਇੱਕ ਸ਼ਹਿਰ ਕਾਨਪੁਰ ਵੀ ਆ ਅਤੇ ਨਾਲ ਬੋਕਾਰੋ ਵੀ ਆ। ਕਾਨਪੁਰ ਕਿਸ ਤਰ੍ਹਾਂ ਸਿੱਖਾਂ ਦਾ ਕਾਤਲੇਆਮ ਕੀਤਾ ਗਿਆ, ਕੀ ਸਕੀਮ ਸੀ, ਕਿੰਨੇ ਸਿੱਖਾਂ ਨੂੰ ਕਤਲ ਕੀਤਾ ਗਿਆ, ਉਸ ਮੌਕੇ ਕਿਉਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਲੰਮੀ ਕਹਾਣੀ ਆ। ਉਸ ਕਹਾਣੀ ਨੂੰ ਲੈ ਕੇ ਇੱਕ ਫੀਚਰ ਫਿਲਮ ਵੀ ਬਣਾਈ ਜਾ ਰਹੀ ਆ। ਫਿਲਮ ਦਾ ਨਾਂ ਹੈ ਕਾਨਪੁਰ ਫਾਈਲ। ਉਹ ਫਿਲਮਾਂ ਬਣਾਉਣ ਵਾਲੇ ਸਾਡੇ ਨਾਲ ਨੇ, ਗੱਲ ਕਰਾਂਗੇ। ਹਾਂਜੀ, ਤੁਹਾਡਾ ਸ਼ੁਭ ਨਾਂ? ਕੁਲਦੀਪ ਸਿੰਘ ਭੋਗਲ, ਪ੍ਰੈਜ਼ੀਡੈਂਟ ਆਲ ਇੰਡੀਆ ਰਾਈਟ ਵਿਕਟਮ ਰਿਲੀਫ ਕਮੇਟੀ 1984। ਹਾਂਜੀ, 39 ਸਾਲ ਬਾਅਦ ਤੁਸੀਂ ਇਹ ਫਿਲਮ ਬਣਾਉਣ ਬਾਰੇ ਸੋਚਿਆ, ਤੁਹਾਨੂੰ ਲੱਗਿਆ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਖਾਸ ਕਰਕੇ ਕਾਨਪੁਰ ਵਿੱਚ ਜਿਹੜਾ ਕਾਤਲੇਆਮ ਹੋਇਆ ਸੀ? ਦੇਖੋ, ਇਹ ਫਿਲਮ ਜੋ ਇੰਦਰਪ੍ਰੀਤ ਸਿੰਘ ਜੀ ਫਿਲਮ ਬਣਾ ਰਹੇ ਹਨ, ਅਸੀਂ 1984 ਦੀ ਲੜਾਈ ਉੱਥੇ ਲੜੀ। 30 ਸਾਲ ਬਾਅਦ ਸਾਨੂੰ ਪਤਾ ਚੱਲਿਆ ਕਿ ਉੱਥੇ 127 ਬੰਦਾ ਮਾਰਿਆ ਗਿਆ। ਅਸੀਂ ਅਚੰਭੇ ਵਿੱਚ ਰਹਿ ਗਏ ਕਿ ਦਿੱਲੀ ਦਾ ਸਾਨੂੰ ਪਤਾ ਚੱਲਿਆ ਸੀ ਜਦ ਸੱਜਣ ਕੁਮਾਰ, ਜਗਦੀਸ਼ ਟੈਟਲਰ, ਭਗਤ ਤੇ ਇੱਥੇ ਕਿਸੇ ਦਾ ਪਤਾ ਹੀ ਨਹੀਂ। ਔਰ 30 ਸਾਲ ਬਾਅਦ ਸਾਨੂੰ ਪਤਾ ਚੱਲਿਆ ਕਿ ਉੱਥੇ 127 ਬੰਦਾ ਮਾਰਿਆ ਗਿਆ। ਅਸੀਂ ਇਹਦੀ ਤਲਾਸ਼ ਕੀਤੀ ਕਿ ਇਹਦੀ FIR ਸਾਨੂੰ ਮਿਲਣ। ਪੁਲਿਸ ਨੇ ਸਾਨੂੰ FIRਾਂ ਦਿੱਤੀਆਂ ਨਹੀਂ। ਉਹਨਾਂ ਨੇ ਕਿਹਾ ਜੀ ਚੂਹੇ ਖਾ ਗਏ ਜਾਂ ख़त्म ਹੋ ਗਈਆਂ ਜਾਂ ਥਾਣੇ ਬਦਲੇ ਗਏ। ਇਹ ਸਾਰੀਆਂ ਗੱਲਾਂ ਜਦ ਸੁਣ ਕੇ ਅਸੀਂ ਫਿਰ RTI ਦੇ ਵਿੱਚ ਪਾਇਆ। RTI ਦੇ ਵਿੱਚ ਪਤਾ ਚੱਲਿਆ ਕਿ 127 ਬੰਦਾ ਮਾਰਿਆ ਗਿਆ ਅਤੇ 34 ਬੰਦੇ ਗੁਨਾਹਗਾਰ ਹੈਗੇ। ਉਹ ਅਸੀਂ ਫੈਸਲਾ ਕੀਤਾ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਅਸੀਂ 34 ਜਿਹੜੇ ਗੁਨਾਹਗਾਰ ਤੁਸੀਂ ਦੱਸਿਆ ਉਹਨਾਂ 'ਚੋਂ ਕਿੰਨੇ ਕੁ ਜਿੰਦਾ ਨੇ? ਇਹ ਫੋਨ ਦੀ ਵੀ ਘੰਟੀ ਬੰਦ ਕਰ ਦਿਓ, ਬਾਰ-ਬਾਰ ਵੱਜ ਰਹੀ ਹੈ। ਕਿੰਨੇ ਕੁ ਬੰਦੇ ਉਹਨਾਂ 'ਚੋਂ ਜਿੰਦਾ ਨੇ ਜੀ ਤੁਹਾਡੇ ਧਿਆਨ 'ਚ ਹੋਵੇ? ਉਹ ਤੇ ਪੂਰੇ ਹੈਗੇ ਨੇ 34 ਦੇ। ਉਹ ਬਜ਼ੁਰਗ ਹੋ ਗਏ ਨੇ, ਕੋਈ 70 ਸਾਲ ਦਾ ਹੋ ਗਿਆ ਜਾਂ ਜੋ। ਗੱਲ ਇਹ ਹੈਗੀ ਹੈ ਕਿ 34 ਸਾਲਾਂ ਦੇ ਵਿੱਚ ਬਈ ਇਹ ਕਿਉਂ ਸਾਹਮਣੇ ਆਇਆ? ਕਿੱਥੇ ਸੁੱਤੇ ਸੀ ਕਾਨਪੁਰ ਦੇ ਲੋਕ? ਦੱਸਿਆ ਹੀ ਨਹੀਂ ਉਹਨਾਂ ਨੇ, ਨਾ ਕਿ ਪੁਲਿਸ ਕੋਲ ਗਏ, ਨਾ ਕਿ ਤੇ ਅਸੀਂ ਕੱਢ ਕੇ ਲਿਆਏ ਉੱਥੋਂ। ਇਹ 34 ਬੰਦਿਆਂ ਦੇ ਨਾਮ ਹੀ ਉਹਨਾਂ ਦੇ ਵਿੱਚ ਇੱਕ ਬੰਦਾ ਸੀ ਕੁਸ਼ਵਾ। ਉਹ ਉਸ ਟਾਈਮ ਕਾਂਗਰਸ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸੀ। ਉਹਦੇ ਭਤੀਜੇ ਨੇ ਉੱਥੇ ਸ਼ਰੇਆਮ ਕਤਲੇਆਮ ਕਰਵਾਇਆ ਸਿੱਖਾਂ ਦਾ। ਗੁਰਦੁਆਰੇ ਜਲਾਏ, ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ, ਰੇਪ ਹੋਏ ਉੱਥੇ, ਮਤਲਬ ਬੜਾ ਕੁਛ ਹੋਇਆ। ਜਦ ਸਾਨੂੰ ਪਤਾ ਚੱਲਿਆ ਅਸੀਂ ਰਾਜਨਾਥ ਸਿੰਘ ਨੂੰ ਮਿਲੇ 2014 ਦੇ ਵਿੱਚ। ਉਹਨਾਂ ਨੂੰ ਅਸੀਂ ਇਹ ਗੱਲ ਕੀਤੀ ਕਿ ਇੰਜ ਅਸੀਂ ਕੋਈ ਸੁਰਾਖ ਮਿਲਿਆ, ਉਹ ਲੈ ਕੇ ਆਏ हैं। उन्होंने क्या पहले अगर वहाँ 127 लोग मरे हैं, हम दिल्ली में और पूरी स्टेट में जहाँ जहाँ नरसंहार हुए हमने 5 लाख रुपया जो मर गए देना है। ਅਸੀਂ ਉਹਨੂੰ ਰਾਜਨਾਥ ਜੀ ਨੂੰ ਉੱਥੇ ਲੈ ਗਏ ਤਿਲਕ ਵਿਹਾਰ। ਉੱਥੇ ਉਹਨਾਂ ਨੇ 5-5 ਲੱਖ ਰੁਪਇਆ ਵੰਡਿਆ ਅਤੇ ਨਾਲ ਉਹਨਾਂ ਨੂੰ ਅਸੀਂ ਕਿਹਾ ਕਿ ਜਾਂ ਤਾਂ ਉੱਥੇ ਕਾਨਪੁਰ ਦੇ ਵਿੱਚ SIT ਲਾਗੂ ਹੋਵੇ ਜਾਂ CBI ਇਨਕੁਆਇਰੀ ਹੋਵੇ। ਉਹ ਕਹਿੰਦੇ ਹਮ ਇਸ 'ਤੇ ਬਾਤ ਕਰਾਂਗੇ। ਅਸੀਂ ਸੁਪਰੀਮ ਕੋਰਟ ਵਿੱਚ ਚਲੇ ਗਏ। ਸੁਪਰੀਮ ਕੋਰਟ ਵਿੱਚ ਸਾਡੇ ਵਕੀਲ ਸਾਹਿਬ ਪ੍ਰਸੰਨ ਕੁਮਾਰ ਜੀ ਨੇ 2 ਮੰਗਾਂ ਰੱਖੀਆਂ ਉਹਦੇ ਜੱਜਾਂ ਦੇ ਅੱਗੇ। ਇੱਕ ਤਾਂ SIT ਦਾ ਗਠਨ ਜਾਂ ਫਿਰ CBI ਇਨਕੁਆਇਰੀ। ਉਹਦੇ 'ਚ ਇਹ ਹੋਇਆ ਕਿ ਸੁਪਰੀਮ ਕੋਰਟ ਨੇ ਕਿਹਾ ਜੀ ਇਹਦੀ ਰਿਪੋਰਟ ਮੰਗਵਾਈ ਜਾਏ। ਅਤੇ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਉਹਨਾਂ ਦਿਨਾਂ 'ਚ ਆਉਣਾ ਸੀ। ਅਤੇ ਸਾਨੂੰ ਚਿੱਠੀ ਆ ਗਈ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕਿ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਉੱਤੇ ਡਾਕ ਟਿਕਟ ਜਾਰੀ ਕੀਤਾ ਜਾ ਰਿਹਾ ਹੈ ਮੋਦੀ ਸਾਹਿਬ ਦੇ ਘਰ। ਉੱਥੇ ਅਸੀਂ ਵੀ ਗਏ। ਜਦ ਅਸੀਂ ਗਏ ਤਾਂ ਮੋਦੀ ਸਾਹਿਬ ਨੂੰ ਇਹ ਕਹਾਣੀ ਦੱਸੀ। ਉਹਨਾਂ ਨੇ ਕਿਹਾ ਕੋਈ ਕਾਗਜ਼ ਕੂਗਜ਼ ਲਾਏ ਹੋ? मैं कहा बिल्कुल लाए हैं जी, मैं जेब में ही रखता हूँ कि कभी कोई मिल जाए उसको बताऊँ। मैं उन्होंने कहा जी यह 34 बंदे तो यह 127 ये SIT बननी चाहिए। तुसी ਜਿਹੜੇ ਚੀਫ ਮਿਨਿਸਟਰ ਹੈਗੇ ਆਦਿੱਤਿਆਨਾਥ ਯੋਗੀ ਉਹਨਾਂ ਨੂੰ ਕਹੋ। ਉਹਨਾਂ ਨੇ ਕਿਹਾ ਮੈਂ ਕਰਾਂ। ਉਹਨਾਂ ਨੇ ਆਪਣੇ PA ਨੂੰ ਉੱਥੇ ਹੀ ਬੁਲਾਇਆ, ਇਹ ਰੱਖੋ ਔਰ ਮੇਰਾ ਟੈਲੀਫੋਨ ਮੈਨੇ ਕਰਨਾ। 3 ਦਿਨ ਬਾਅਦ SIT ਦਾ ਗਠਨ ਹੋ ਗਿਆ। ਉਸ ਤੋਂ ਬਾਅਦ ਅਸੀਂ ਦਾ ਗਠਨ ਕਿੰਨੇ ਸਾਲ ਪਹਿਲਾਂ ਹੋਇਆ? ਉਹ ਮਤਲਬ 2014 19 में 19 20 21 22 23 5 ਸਾਲ ਹੋ ਗਏ। SIT ਨੇ ਕੋਈ ਕਾਰਵਾਈ ਕੀਤੀ ਅੱਗੇ ਫਿਰ? ਹਾਂ ਬੰਦੇ ਅੰਦਰ ਗਏ ਨਾ ਜੀ। ਉਹ 4 ਸੀਟ ਦਾਖਲ ਹੋਈ। 14 ਬੰਦੇ 41 ਬੰਦੇ ਅੰਦਰ ਹੋਏ ਤੇ 14 ਦੀ 4 ਸੀਟ ਦਾਖਲ ਹੋ ਗਈ। ਅਜੇ ਵੀ ਅੰਦਰ ਨੇ ਉਹ 41 ਬੰਦੇ? ਕਿ ਜ਼ਮਾਨਤਾਂ ਮਿਲ ਗਈਆਂ? ਨਹੀਂ, ਕੁਝ ਮਰ ਗਏ ਨੇ, ਕੁਝ ਅੰਦਰ ਹੈਗੇ ਨੇ। ਹੁਣ ਦੂਸਰੀ ਇਹ ਗੱਲ ਪੀੜਤ ਪਰਿਵਾਰ ਸੀ
ਉਹਨਾਂ ਚੋਂ ਕੋਈ ਗਵਾਹੀ ਦੇਣ ਕੋਈ ਅੱਗੇ ਆਇਆ? ਉਹ ਲੱਭੇ ਤੁਸੀਂ ਕਿੱਥੋਂ ਲੱਭੇ ਫਿਰ ਉਹ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ, ਜਬਲਪੁਰ, ਉੱਥੋਂ ਅਸੀਂ ਗਵਾਹੀਆਂ ਲਈਆਂ। ਉਹ ਗਵਾਹੀਆਂ ਲੈ ਕੇ ਤਦੇ ਤੇ ਉਹ ਅੰਦਰ ਗਏ। ਬਿਲਕੁਲ। ਅੱਛਾ, ਉਹਨਾਂ ਦਾ ਉਦੋਂ ਕਾਰੋਬਾਰ ਕਿਹੋ ਜਿਹਾ ਸੀ? ਕਿੰਨੇ ਕੁ ਛੋਟੇ ਬੱਚੇ ਬਜ਼ੁਰਗ, ਕਿਸ ਤਰ੍ਹਾਂ ਉਹਨਾਂ ਦਾ ਕਤਲੇਆਮ ਕੀਤਾ ਗਿਆ? ਦੇਖੋ, ਉਸ ਟਾਈਮ ਜਿਨ੍ਹਾਂ ਲੋਕਾਂ ਨੂੰ ਹੁਣ ਪਤਾ, ਜੋ ਸਾਡੇ ਸਾਹਮਣੇ ਗੱਲਾਂ ਹੋਈਆਂ, ਉਹ ਕਹਿੰਦੇ ਜੀ ਇਹ ਜਿਹੜਾ ਕੁਸ਼ਵਾ ਸੀ, ਇਹ ਬੰਦਿਆਂ ਨੂੰ ਨਾ, ਉਹਦਾ ਕੰਮ ਹੀ ਇਹ ਸੀ ਬਈ ਉੱਪਰ ਚੜ ਜਾਓ, ਉਹਦੇ ਉੱਪਰ ਬਿਲਡਿੰਗ ਦੇ ਉੱਤੇ, ਉੱਥੋਂ ਮਾਰ ਕੇ ਹੈ ਜੀ ਥੱਲੇ ਸੱਟੀ ਜਾਓ। ਇਹ ਲੱਗੇ ਵੀ ਆਪ ਮਰਿਆ। ਬੰਬ ਫੈਕਟਰੀ ਹੈਗੀ ਹੈ ਉੱਥੇ ਕਾਨਪੁਰ ਦੇ ਵਿੱਚ, ਆਰਮਸ ਫੈਕਟਰੀ, ਉੱਥੇ ਇਹ ਕਾਰਾ ਹੋਇਆ। ਉਸ ਤੋਂ ਬਾਅਦ ਜਿੱਥੇ ਜਿੱਥੇ ਸਿੱਖ ਦੇਖਿਆ ਉਹਨਾਂ ਨੇ ਮਾਰੇ ਸਿੱਖ ਉੱਥੇ। ਉਹਨਾਂ ਨੂੰ ਟ੍ਰੇਨਾਂ ਦੇ ਉੱਤੇ, ਜਿਹੜਾ ਉੱਥੇ ਸਟੇਸ਼ਨ ਨੇ ਕਾਨਪੁਰ ਦਾ ਪਿਛਲਾ ਗੋਬਿੰਦ ਨਗਰ ਸਟੇਸ਼ਨ ਹੈਗਾ, ਉੱਥੋਂ ਲਾ ਕੇ ਬੰਦੇ ਉਹਨਾਂ ਨੇ ਮਾਰੇ। ਮਗਰ ਇਤਨਾ ਅੰਤਕ ਦੇਖੋ, ਅਸੀਂ 127 ਨਹੀਂ ਮੰਨਦੇ, ਉਹ ਵੱਧ ਹੈਗੇ। ਉਹ ਕਿਤਾਬ ਵੀ ਉਹਦੇ ਤੇ ਲਿਖੀ ਗਈ ਹੈ, ਮਗਰ ਕਿਤਾਬ ਲਿਖੀ ਗਈ ਮਗਰ ਕੋਈ ਸਾਹਮਣੇ ਨਹੀਂ ਆਇਆ। ਨੌਜਵਾਨਾਂ ਨੇ ਕਿਤਾਬ ਲਿਖੀ ਸੀ ਸਾਨੂੰ, ਉਹਨਾਂ ਨੇ ਕਿਹਾ ਜੀ 350 ਮਰਨ, ਤੁਸੀਂ 127 ਕਹਿ ਰਹੇ ਹੋ। ਮੈਂ ਕਿਹਾ ਮੈਂ ਨਹੀਂ ਕਹਿ ਰਿਹਾ, ਦਿੱਲੀ 'ਚ 10,000 ਬੰਦਾ ਮਰਿਆ, ਉਹ ਅਸੀਂ ਕਹਿੰਦੇ ਸੀ। ਸਰਕਾਰੀ ਮਸ਼ੀਨਰੀ ਕਹਿੰਦੀ ਹੈ 3,000 ਮਰਿਆ। ਇੱਥੇ ਉਹ ਕਹਿੰਦੇ ਨੇ ਜੀ 400-500 ਬੰਦਾ ਮਰਿਆ, ਅਸੀਂ 127 ਕਹਿ ਰਹੇ ਹਾਂ। ਜਾਂ ਤੇ ਉਹਦੀ ਗੱਲ ਮੰਨੀਏ ਜਾਂ ਤੁਹਾਡੀ ਮੰਨੀਏ। ਜਿਹੜੇ ਰੇਲ ਚੋਂ ਕੱਢ ਕੇ ਮਾਰੇ, ਦੇਖੋ ਜੋ ਫੌਜੀ ਜਵਾਨ ਨੂੰ ਮਾਰਿਆ ਗਿਆ, ਉਹ ਫਿਰ ਗਿਣਤੀ 'ਚ ਨਹੀਂ ਨਾ ਹੁੰਦੇ ਵੀ ਕਿੱਥੋਂ ਕਿਵੇਂ ਮਾਰੇ। ਤੇ ਗੁਰੂ ਮਹਾਰਾਜ ਦਾ ਸ਼ੁਕਰ ਹੈ, ਇਹ ਜਿਹੜੀ ਕੌਮ ਹੈ ਸਿੱਖ ਕੌਮ, ਇਹ ਬੜੀ ਹੌਸਲੇ ਵਾਲੀ ਹੈ। ਅਸੀਂ ਲੋਕਾਂ ਨੂੰ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਅਰਦਾਸ ਕੀਤੀ ਹੈ ਭੱਲੇ ਵਾਸਤੇ। ਸਵੇਰੇ ਉੱਠ ਕੇ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ ਤੁਸੀਂ ਜਿੰਦਾ ਜਲਾਇਆ। ਜਿਸ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਲੱਗਦੀ ਹੈ, ਉਹਨੂੰ ਤੁਸੀਂ ਅਗਨ ਭੇਟ ਕੀਤਾ। ਤੁਸੀਂ ਰੇਪ ਕੀਤੇ ਦਿੱਲੀ ਦੇ ਵਿੱਚ, ਔਰ ਉੱਥੇ ਨਾਅਰੇ ਲੱਗਦੇ ਰਹੇ, ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗੱਦਾਰ ਕੀ। ਸਾਡੇ ਮਨ ਤੇ ਜਿਹੜੇ ਉਹ ਜ਼ਖਮ ਹੈਗੇ, ਅਸੀਂ ਭੁੱਲਦੇ ਨਹੀਂ। ਇਹ ਜੋ ਮਰਜ਼ੀ ਕਹੇ, ਮਨਮੋਹਨ ਸਿੰਘ ਨੇ ਕਿਹਾ ਸੀ ਨਾ 2014 ਤੋਂ ਪਹਿਲੇ ਕਿ ਜੀ ਸਿੱਖ 84 ਭੁੱਲ ਜਾਏ। ਮੈਂ ਫਿਰ ਬਿਆਨ ਦਿੱਤਾ ਸੀ, ਉਹਦੇ ਘਰ ਅਸੀਂ ਉਹਦੇ ਘਰ ਪ੍ਰਦਰਸ਼ਨ ਕੀਤਾ ਮਨਮੋਹਨ ਸਿੰਘ ਦੇ। ਅਸੀਂ ਕਿਹਾ 1947 ਅਸੀਂ ਭੁੱਲ ਗਏ ਹਾਂ, ਅਸੀਂ ਨਹੀਂ ਭੁੱਲੇ। 1984 ਨਹੀਂ ਭੁੱਲਾਂਗੇ ਅਸੀਂ। ਅੱਜ ਜਦ ਤੱਕ ਹਿੰਦੁਸਤਾਨ ਹੈ, ਜਦ ਤੱਕ ਸਾਰਾ ਸੰਸਾਰ ਕਾਇਮ ਹੈ, ਇਹ 84 ਰਹੇਗੀ ਲੋਕਾਂ ਨੂੰ ਯਾਦ। ਜਿਹੜੀ ਫਿਲਮ ਬਣਾ ਰਹੇ ਹੋ ਕਾਨਪੁਰ ਫਾਈਲ, ਇਹਦੇ ਰਾਹੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮਤਲਬ ਫਿਲਮ ਬਣ ਤਾਂ ਚਾਹੇ ਦੇਰੀ ਨਾਲ ਰਹੀ ਹੈ, ਪਰ ਫਿਰ ਵੀ ਇੱਕ ਮੈਸੇਜ ਜ਼ਰੂਰ ਮਿਲੇਗਾ। ਨਹੀਂ, ਸਾਡੇ ਕੋਲ ਤੇ ਸਾਰਾ ਸਬੂਤ ਸਾਡੇ ਕੋਲ ਹੁਣ ਆਏ ਨੇ, 4 ਸਾਲ ਹੋ ਗਏ। ਇਹ ਇਹਨਾਂ ਦਾ ਮੈਂ ਧੰਨਵਾਦ ਕਰਦਾ, ਪ੍ਰੋਡਿਊਸਰ ਸਾਹਿਬ ਦਾ, ਜਿਨ੍ਹਾਂ ਨੇ ਇੱਕ ਰਿਸਕ ਲਿਆ, ਇੱਕ ਸੰਸਾਰ ਨੂੰ ਦੱਸਣ ਲੱਗੇ ਨੇ ਕਿ ਅਸਲ ਵਿੱਚ ਸੱਚ ਇਹ ਸੀ। ਜੇ 30 ਸਾਲ ਕਾਨਪੁਰ ਦੀ ਗੱਲ ਕਿਉਂ ਨਹੀਂ ਆਈ ਸਾਹਮਣੇ, ਕਿਉਂ ਨਹੀਂ ਆਈ, ਛੁਪੀ ਰਹੀ। ਉਹਨੂੰ ਲੈ ਅਖਬਾਰਾਂ 'ਚ ਮੈਂ ਪੜ੍ਹਦਾ ਸੀ ਉਦੋਂ, ਮੈਂ 84 ਦੇ ਵਿੱਚ, ਮੇਰੇ ਯਾਦ ਆ, ਮੈਂ 9ਵੀਂ 10ਵੀਂ ਦਾ ਸਟੂਡੈਂਟ ਸੀ। ਇਹ ਪੜ੍ਹਦੇ ਸੀ ਕਾਨਪੁਰ ਬਕਾਰੋ ਦੰਗੇ ਹੋਏ ਨੇ। ਹਾਂ, ਬਸ ਇਹ ਸੀ, ਹੋਰ ਕੁਝ ਨਹੀਂ ਹੈਗਾ ਸੀ ਉਹਦੇ। ਜੇ ਕਦੇ ਵੀ ਨਹੀਂ ਆਇਆ ਕਿ 127 ਬੰਦਾ ਹੈਗਾ ਸੀ। ਕੋਈ ਪਰਚਾ ਦਰਜ ਹੋਇਆ ਹੋਵੇ ਉਸ ਮੌਕੇ? ਕੋਈ ਪਰਚਾ ਨਹੀਂ ਹੋਇਆ, ਉਹ ਹੈ ਹੀ ਨਹੀਂ। ਕਹਿੰਦੇ ਪਰਚੇ ਹੀ ਗੈਪ ਹੋ ਗਏ, ਉਹ ਚੂਹੇ ਖਾ ਗਏ। ਦਰਜ ਤਾਂ ਹੋਏ ਸੀ, ਦਰਜ ਹੋਏ ਸੀ, ਉਸ ਤੋਂ ਬਾਅਦ ਫਿਰ ਡਿਸਪੋਜ਼ ਆਫ ਹੋ ਗਏ ਸਭ ਦੋ ਰੱਦੀ ਦੀ ਟੋਕਰੀ 'ਚ। ਉਹ ਹੋ ਗਿਆ ਨਾ ਕਿ ਕਿੱਥੇ ਗਈਆਂ ਬੇੜੀਆਂ ਤੇ ਕਿੱਥੇ ਗਏ ਮਲਾ। ਤੁਹਾਡਾ ਕੀ ਰੋਲ ਹੈ ਇਸ ਫਿਲਮ 'ਚ? ਇਹਦੇ 'ਚ ਭੂਮਿਕਾ ਬਣਾਉਣ ਦੇ ਵਿੱਚ ਜਾਂ ਕੁਝ ਡਾਕੂਮੈਂਟ ਦੇਣ 'ਚ? ਇਹਦੇ ਵਿੱਚ ਅਸੀਂ ਜਿਹੜੀ ਲੜਾਈ ਲੜੀ ਏ ਇਹਨਾਂ 38 ਸਾਲਾਂ 'ਚ, ਉਹਨੂੰ ਅਸੀਂ ਕਾਨਪੁਰ ਵਾਲੇ ਮਾਮਲੇ ਨੂੰ ਇਹਦੇ 'ਚ ਲਿਆ ਰਹੇ ਹਾਂ। ਉਹਦੇ ਅਸੀਂ ਦੱਸ ਰਹੇ ਹਾਂ ਕਿ ਇਹ ਸਾਡੀ ਸੱਚਾਈ ਹੈ। ਇਹ ਆਮ ਫਿਲਮਾਂ ਦੀ ਤਰ੍ਹਾਂ ਨਹੀਂ ਹੈ, ਇਹ ਸੱਚਾਈ ਹੈਗੀ ਹੈ ਜਿਹੜੀ ਅਸੀਂ ਸੰਸਾਰ ਭਰ ਦੇ ਲੋਕਾਂ ਨੂੰ ਦੱਸਾਂਗੇ। ਫਿਰ ਇਹਦਾ ਅਸੀਂ ਜਿਹੜਾ ਪ੍ਰੀਮੀਅਰ ਹੈ ਉਹ ਅਸੀਂ ਦਿਖਾਵਾਂਗੇ ਉੱਥੇ ਜਾ ਕੇ ਬਾਹਰ, ਔਰ ਪ੍ਰਧਾਨ ਮੰਤਰੀ ਨੂੰ ਕਹਾਂਗੇ ਇਹ ਤੂੰ ਫਿਲਮ ਦੇਖ। ਬਿਲਕੁਲ ਸੱਚਾਈ। ਜਿਹੜੇ ਪੀੜਤ ਸੀਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਆ ਕੇ ਪ੍ਰੋਪਰ ਮਕਾਨ ਜਾਂ ਨੌਕਰੀਆਂ ਦਾ ਉਹ ਮਿਲ ਗਿਆ, ਤੇ ਨਾਲ ਜਿਹੜਾ 5 ਲੱਖ ਦਾ ਮੁਆਵਜ਼ਾ ਸੀ ਉਹ ਮਿਲਿਆ, ਸੈਂਟਰ ਨੇ ਦਿੱਤਾ। ਮਿਲਿਆ। ਹੁਣ ਜਿਹੜੇ ਬੰਦੇ ਲੁਧਿਆਣੇ ਰਹਿ ਰਹੇ ਨੇ, ਅੰਮ੍ਰਿਤਸਰ ਰਹਿ ਰਹੇ ਨੇ ਜਾਂ ਮੋਹਾਲੀ ਰਹਿ ਨੇ, ਉਹਨਾਂ ਨੂੰ ਮਕਾਨ ਮਿਲਿਆ ਗਿਆ। ਜਿਨ੍ਹਾਂ ਨੇ ਅੱਖੀ ਕਾਨਪੁਰ ਜਿਨ੍ਹਾਂ ਨੇ ਦੇਖਿਆ ਅੱਖੀ ਡਿਠਾਲ, ਉਹ ਬੰਦੇ ਜਿੰਦਾ ਨੇ ਹਜੇ? ਉਹਨਾਂ ਨੇ ਕੁਝ ਦੱਸਿਆ ਤੁਹਾਨੂੰ? ਉਹ ਜਿੰਦਾ ਹੈ ਉਹਨਾਂ ਨੇ ਦੱਸਿਆ, ਮਗਰ ਮਕਾਨ ਉਹਨਾਂ ਨੂੰ ਵੀ ਨਹੀਂ ਮਿਲੇ, ਨੌਕਰੀ ਉਹਨਾਂ ਨੂੰ ਨਹੀਂ ਮਿਲੀ।
ਲਾਲ ਕਾਰਡ ਉਹਨਾਂ ਦੇ ਨਹੀਂ ਬਣੇ। ਨਹੀਂ ਬਣੇ, ਉਹ ਤੇ ਇੱਥੇ ਆ ਕੇ ਬਣੇ ਪੰਜਾਬ ਦੇ ਵਿੱਚ ਜਦ ਬਾਦਲ ਲੇਟ ਬਣੇ। ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਉਦੋਂ ਬਣੇ, ਪਹਿਲੇ ਤੇ ਬਣੇ ਹੀ ਨਹੀਂ। ਪਰੇਸ਼ਾਨ ਹੋ ਗਏ। ਹਾਂ ਤੇ ਨਾਲ ਸਾਡੇ ਐਡਵੋਕੇਟ ਸਾਹਿਬ ਨੇ ਜਿਨ੍ਹਾਂ ਨੇ ਇੱਕ ਲੜਾਈ ਲੜੀ ਕਾਨੂੰਨੀ। ਕੀ ਨਾਂ ਤੁਹਾਡਾ ਵਕੀਲ ਸਾਹਿਬ ਤੇ ਕਿੱਥੋਂ ਦੇ ਰਹਿਣ ਵਾਲੇ? रसून कुमार। ਹਾਂ ਇਧਰਲੇ ਪਾਸੇ ਆ ਜਾਓ। ਤੁਹਾਡਾ ਕੀ ਅਹਿਮ ਯੋਗਦਾਨ ਹੈ ਸਾਰੇ ਕੇਸ ਨੂੰ ਲੈ ਕੇ? ਕਾਨਪੁਰ ਵਾਲੇ ਨੂੰ ਕਿਸ ਤਰ੍ਹਾਂ ਤੁਸੀਂ ਤੱਥ ਇਕੱਠੇ ਕੀਤੇ? इसमें कानपुर वाले मैटर में जो भी फैक्ट्स जुटाने थे उसके लिए आरटीआई फाइल करने से लेके सुप्रीम कोर्ट में पीआईएल फाइल करने से लेके और एसआईटी के गठन के बाद एसआईटी के साथ जो भी काम करना था उसमें मैं आज तक दोषियों को जब तक सलाखों के पीछे नहीं भेजूंगा तब तक मैं नहीं बैठूंगा। ये सारे काम मैं कर रहा हूँ अभी इस ਇਹਨਾਂ केस ਨਾਲ में। ਤੁਹਾਡਾ ਸਾਥ ਕਿਵੇਂ ਬਣਿਆ? ਜਿਹੜੇ ਪੀੜਤ ਸੀ ਉਹਨਾਂ ਨੂੰ ਕਿਵੇਂ ਲੱਭਿਆ ਜਾਂ ਕਿਹੜੀ ਸੰਸਥਾ ਨਾਲ ਤੁਸੀਂ ਜੁੜੇ ਹੋਏ? जी 2015 में भोगल साहब मेरे पास आए थे और उन्होंने कहा था कि कानपुर में बहुत सिख लोग मारे गए हैं लेकिन उनका कुछ भी सुराग नहीं मिल रहा कि कितनी संख्या है, कितने लोग मरे हैं, क्या हुआ है क्या नहीं हुआ है, चूँकि सरकारें साथ नहीं दे रही। तो मैंने एडवाइस की कि सुप्रीम कोर्ट में हम पीआईएल डालते हैं और सुप्रीम कोर्ट में कहेंगे कि भाई इसकी इन्वेस्टिगेशन हो कि कितने लोग मारे गए हैं, लेकिन हमारे पास संख्या नहीं थी। संख्या के लिए हमने उसमें आरटीआई फाइल करी और आरटीआई का जवाब आपको आश्चर्य होगा जो एज पर लॉ 1 महीने में आता है 2 साल में आया। और 2 साल में हमें आरटीआई जब मिली उसमें हमें पता चला कि 127 लोग विक्टिम हैं और 34 लोग जो है गुनहगार उसमें नामजद थे। तो उस बेसिस पे हमने पीआईएल फाइल करी थी सुप्रीम कोर्ट में। ਸਭ ਜਿਹੜੀ ਐਸਆਈਟੀ ਬੈਠੀ ਹੈ, ਐਸਆਈਟੀ ਹੁਣ ਸਹੀ ਕੰਮ ਕਰ ਰਹੀ है? ਤੁਹਾਨੂੰ संतुष्टि है? देखिए एसआईटी की भी अपनी सीमाएं हैं, ये मैं ज़रूर कहूँगा, लेकिन एसआईटी ने जितना काम किया उससे ज़्यादा करना चाहिए था। क्योंकि एसआईटी एक बहाना तो ज़रूर है एसआईटी के पास कि भाई 38 साल गुजर गए, हमें गवाह नहीं मिल रहे, हमें बयान नहीं मिल रहे, हमें सारी चीज़ें नहीं मिल रही। लेकिन एसआईटी जितना काम कर रही है, अगर वो एक तरह से समझिए कि अगर मैं तो ये भी कहता हूँ कि अगर एक बंदा भी सलाखों के पीछे कन्विक्टेड होता है तो शायद हमारी लड़ाई को कहीं न कहीं एक अंजाम मिलेगा कि उन सिख परिवारों को जिनके इनोसेंट लोग मारे गए, जिनके साथ बलात्कार हुआ, जिनके घर जला दिए गए, उनको कहीं न कहीं जाके इंसाफ ज़रूर मिलेगा। ਸਭ ਜਿਹੜੇ ਮੁਲਜ਼ਮ ਸੀਗੇ जी ਕਿਸ ਲੈਵਲ ਦੇ ਬੰਦੇ ਸੀ? ਲਟੇਰ ਅਨਸਰ ਸੀ ਜਾਂ ਫਿਰ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਜਾਂ ਫਿਰ ਕਿਸੇ ਹੋਰ ਸੰਗਠਨ ਨਾਲ? ਉਹਨਾਂ ਬਾਰੇ ਡਿਟੇਲ ਪਤਾ ਲੱਗਿਆ? जी उसमें कुछ चीज़ें ऐसी पता चली कि उस समय चूँकि प्रोमिनेंटली यूपी में कांग्रेस की गवर्नमेंट रही थी तो वो जो जिक्र हुआ कुशवाहा का, तो उस समय बाबूलाल कुशवाहा होते थे मंत्री और उनके भतीजे थे राघवेंद्र कुशवाहा। उनके नेतृत्व में मैक्सिमम नरसंहार उनके नेतृत्व में हुए। कुछ गवाहों ने ये भी बयान दिया, कुछ गवाहों ने ये भी बताया जो कि सामने आने से अभी भी डरते हैं कि एक परिवार के 11 लोगों को मार दिया गया, उस परिवार में सिर्फ एक बच्चा रह गया, वो भी किसी तरह से वो बोरे के पीछे छिप गया था तो बच्चा रह गया, अदरवाइज 11 लोगों को मार दिया गया। ਤੇ ਕਿਹਦਾ ਜਿਹੜੇ ਜਾਇਦਾਦਾਂ ਦਾ ਨੁਕਸਾਨ ਹੋਇਆ, ਲੁੱਟਮਾਰ ਹੋਈ, ਕਿਸ ਲੈਵਲ ਦਾ ਕਾਰੋਬਾਰ ਸੀ ਜਿਹੜਾ ਸਿੱਖਾਂ ਦਾ ਕਾਨਪੁਰ ਚ ਜਿਸ ਨੂੰ ਤਬਾਹ ਕੀਤਾ ਗਿਆ? देखिए ये कारोबार तो बहुत अच्छा था उनका और वो लोग काफ़ी सुखी संपन्न कहिए या ये एक ऐसी कौम है जो अपनी मेहनत से सब काम कर लेती है। लेकिन प्रॉब्लम ये हो गई कि जब ये 1984 हुई और ये नरसंहार हुआ उसके बाद से आज आप कानपुर की स्थिति देखेंगे कि वही लोग खड़े रह पाए जिन लोगों ने अपना मनोबल अपने को बना के रखा। और आज की स्थिति ये है कि हम कभी किसी से मिलने जाते हैं और कहते हैं कि भाई ज़रा बयान देने चलो, थोड़ा सा हेल्प करने चलो, कहते वकील साहब अब क्या होगा, 38 साल में जो कुछ नहीं हुआ तो अब क्या होने जाना है। ਲੇਕਿਨ ਕੁਝ ਕਾਨੂੰਨੀ ਲੜਾਈ ਤੁਸੀਂ ਜਿੱਤ ਲਈ ਆ, ਕੁਝ ਸਲਾਖਾਂ ਪਿੱਛੇ ਨੇ। ਕਿੰਨੇ ਕੁ ਬੰਦੇ ਸਲਾਖਾਂ ਪਿੱਛੇ ਨੇ, ਕਿੰਨੇ ਹੋਣੇ ਚਾਹੀਦੇ ਸੀ ਜਿਹੜੇ ਅਜੇ ਵੀ ਬਾਹਰ ਨੇ? ਉਹਦੇ ਲਈ ਲੜਾਈ ਤੁਹਾਡੀ ਕਿਸ ਤਰ੍ਹਾਂ ਦੀ ਜਾਰੀ? जी उसमें जो एसआईटी ने इन्वेस्टिगेशन करी है उसमें उन्होंने हमने तो 34 लोग वो करे थे, आइडेंटिफाई करे थे, लेकिन एसआईटी ने इन्वेस्टिगेशन के बाद 92 लोगों को आइडेंटिफाई किया और उसमें 20 लोग मर गए हैं। चूँकि 38 साल गुजर गए तो बुज़ुर्ग थे तो मर गए। 72 लोग अभी ज़िंदा हैं जिसमें से 41 लोग जेल में जा चुके हैं। उसमें से अभी 14 लोग जेल में हैं, बाकी को बेल मिल गई है क्योंकि कुछ बीमार थे, जैसे बहुत तरह की बीमारियां हैं तो बूढ़े होने के कारण उनको बेनिफिट ये मिल रहा कि कोर्ट भी ये कह रही कि जब 38 सालों में इन्होंने आपको अटैक नहीं किया तो अब क्या अटैक करेंगे, मीन्स कि अभी बुढ़ापे में इनको क्यों अंदर रखा जाए। ਜਿਹੜੀ ਫਿਲਮ ਇਹ ਬਣ ਰਹੀ ਹੈ, ਫਿਲਮ ਰਾਹੀਂ क्या मैसेज कन्वे करना चाहोगे? जी फिल्म के द्वारा ये मैसेज कन्वे किए जा रहे हैं कि आप भी आज मुझसे पूछ रहे हो या किसी से पूछ रहे हो कि कानपुर में ऐसा हुआ था। बहुत से हमारे
भारतीय लोग नहीं जानते हैं कि दिल्ली के अलावा भी कहीं कुछ इस तरह की बातें हुई थी। फिल्म के द्वारा एक मैसेज ये देने की कोशिश की जा रही है कि छोटे शहरों में भी अगर किसी के साथ कुछ इस तरह की चीज़ें हो जाती हैं, कुछ आपके साथ अन्याय हो जाता है, तो आप अगर संघर्ष करेंगे तो आपको भी न्याय मिल सकता है। और कानपुर की घटना जो है वो अगर फिल्म पे आती है तो लोगों को एक मैसेज ज़रूर जाएगा कि कानपुर एक उदाहरण है, इसके अलावा और जगह भी ऐसी चीज़ें हो सकती हैं। ਤੁਹਾਨੂੰ ਹੁਣ ਫਿਲਮ ਦਾ ਪੋਸਟਰ ਵੀ ਦਿਖਾ ਦਈਏ। ਕਾਨਪੁਰ ਫਾਈਲ 1984 ਸਿੱਖਾਂ ਦੀ ਨਸਲਕੁਸ਼ੀ। ਪੋਸਟਰ ਦੇ ਵਿੱਚ ਇੱਕ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਉਹ ਫੋਟੋਆਂ ਵੀ ਲਾਈਆਂ ਗਈਆਂ ਨੇ ਉਸ ਮੌਕੇ ਦੀਆਂ ਜੋ ਕਾਤਲਾਮ ਨਾਲ ਸੰਬੰਧਿਤ ਨੇ। ਫਿਲਮ ਦੇ ਪ੍ਰੋਡਿਊਸਰ ਸਾਡੇ ਨਾਲ ਨੇ, ਗੱਲ ਕਰਾਂਗੇ ਕਿ ਇਹਨਾਂ ਦੇ ਮਨ 'ਚ ਕਿਵੇਂ ਖਿਆਲ ਆਇਆ। ਹਾਂਜੀ, ਸ਼ੁਭ ਨਾਮ ਕੀ ਤੁਹਾਡਾ? ਮੈਂ ਸਰਦਾਰ ਇੰਦਰਪ੍ਰੀਤ ਸਿੰਘ। ਇੰਦਰਪ੍ਰੀਤ ਜੀ, ਕਿੱਦਾਂ ਤੁਹਾਡੇ ਮਨ 'ਚ ਖਿਆਲ ਆ ਕਿ ਕਾਨਪੁਰ ਮਾਮਲੇ ਨੂੰ ਲੈ ਕੇ ਫਿਲਮ ਬਣਾਈ ਜਾਵੇ? ਅਸੀਂ ਬੇਸਿਕਲੀ ਨਾ 2 ਸਾਲ ਰਹਿ ਕੇ ਪਹਿਲੇ ਦਿੱਲੀ ਦੇ ਵਿੱਚ ਡਾਕੂਮੈਂਟਰੀ ਬਣਾਈ ਜਿਹੜੀ ਲਾਸਟ ਈਅਰ ਰਿਲੀਜ਼ ਕੀਤੀ ਸੀ। ਤੇ ਅਸੀਂ ਬੇਸਿਕਲੀ 38 ਸਾਲ ਹੋ ਗਏ ਤੇ ਰੀਹੈਬਿਲਿਟੇਸ਼ਨ ਦੇ ਵਿੱਚ ਕੀ ਹੋਇਆ ਤੇ ਵਿਕਟਿਮ, ਵਿਟਨੈਸ, ਸੋਸ਼ਲ ਐਕਟਿਵਿਸਟ, ਲਾਇਰਸ ਤੇ ਕਮੇਟੀ ਮੈਂਬਰਸ ਦੇ ਨਾਲ ਵੀ ਦੇਖ ਰਹੇ ਸੀ ਕਿ ਕੀ ਹੋਇਆ। ਤਦੀ ਮੇਰੀ ਮੁਲਾਕਾਤ ਹੋਈ ਕੁਲਦੀਪ ਸਿੰਘ ਭੋਜਲ ਜੀ ਦੇ ਨਾਲ ਐਂਡ ਪ੍ਰਸੂਨ ਜੀ ਦੇ ਨਾਲ। ਤੇ ਜਦ ਮੇਰੀ ਮੁਲਾਕਾਤ ਹੋਈ ਤਾਂ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਬਈ 127 ਸਿੱਖਾਂ ਦਾ ਕਾਨਪੁਰ ਦੇ ਵਿੱਚ ਇਹ ਸਭ ਹੋਇਆ। ਫਿਰ ਦੂਜੀ ਵਾਰ ਜਿਹੜੀ ਸ਼ੌਕਿੰਗ ਸੀ ਕਿ 35 ਸਾਲ ਲੱਗੇ SIT ਬਣਨ ਦੇ ਵਿੱਚ ਤੇ FIR ਤੇ ਸਾਰੀ ਦਰਜ ਹੋ ਗਈ ਸੀ ਪਹਿਲੇ 6-7 ਦਿਨ ਦੇ ਵਿੱਚ ਹੀ। ਬਟ ਉਹ ਸਾਰੀ ਵਿਕਟਿਮ ਫੈਮਿਲੀ ਔਰ ਵਿਟਨੈਸ ਫੈਮਿਲੀ ਆਪਣੇ ਆਪ ਨੂੰ ਬਚਾਉਣ ਦੇ ਲਈ ਕਦੀ ਇੱਥੇ ਕਦੀ ਉੱਥੇ ਸਭ ਭਾਗੀ ਰਹੀ। 35 ਸਾਲ ਬਾਅਦ ਤੇ ਪਹਿਲੀ ਵਾਰ SIT ਬਣੀ। ਫਿਰ SIT ਬਣੀ, ਵਿਕਟਿਮ ਵਿਟਨੈਸ ਨੂੰ ਬੁਲਾਇਆ ਗਿਆ ਤੇ 35 ਸਾਲ ਬਾਅਦ ਬੰਦੇ ਸਲਾਖਾਂ ਪਿੱਛੇ ਗਏ ਨਾ। ਇਹ ਵੀ ਰਿਕਾਰਡ? ਅੱਛਾ, ਨਾ 35 ਸਾਲ ਦੇ ਬਾਅਦ ਤੇ ਕਾਰਵਾਈ ਚਾਲੂ ਹੋਈ ਹੈ। 35 ਸਾਲ ਪਿੱਛੇ 40 ਸਾਲ ਬਾਅਦ ਗਏ। ਸੌਰੀ, ਕੋਈ ਨਹੀਂ, ਇਹ ਨਹੀਂ ਹੋਣੇ ਨਹੀਂ, ਕੁਝ ਬੰਦੇ 40 ਬੰਦੇ ਜਿਹੜੇ ਅੰਦਰ ਗਏ ਹਾਂ ਨੇ। ਉਹ ਜੇ ਹੁਣ ਕਿੰਨੇ ਪਿੱਛੇ ਹੀ। ਪਹਿਲਾਂ? ਮਤਲਬ ਆਪ ਸਮਝ ਲਓ 6 ਮਹੀਨੇ ਤੋਂ ਸਾਲ ਤੋਂ ਵਿੱਚ ਬਸ 39 ਦੇ ਵਿੱਚ। ਫਿਲਮ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਫਿਲਮ ਦੇ ਵਿੱਚ ਅਸੀਂ ਬੇਸਿਕਲੀ ਮੈਸੇਜ ਦੇਣਾ ਚਾਹਾਂਗੇ ਕਿ ਇੱਕ ਤੇ ਉਹ ਚੀਜ਼ ਹੋਈ ਜਿਹੜੀ ਉਹ 6 ਦਿਨ ਜੂਨ ਜਿਹੜੇ ਸੀ ਨਵੰਬਰ ਦੇ ਉਹ ਜਟੇ। ਬਟ ਉਹਦੇ ਬਾਅਦ 35 ਸਾਲ ਤੱਕ ਜਦ ਕੋਈ ਵੀ ਕਾਰਵਾਈ ਨਹੀਂ ਹੋਈ, ਸਰਕਾਰਾਂ ਵੀ ਬਦਲ ਗਈ, ਸਭ ਕੁਝ ਹੋ ਗਿਆ, ਤੇ ਉਹ ਫੈਮਲੀਜ਼ ਵਿਕਟਿਮ ਵਿਟਨੈਸ ਜਿੱਦਾਂ ਆਪਣੇ ਆਪ ਨੂੰ ਬਚਾਉਂਦੀ ਰਹੀ। ਉਹਦੇ ਬਾਅਦ ਜਿਹੜੇ ਪ੍ਰਸੂਨ ਜੀ ਔਰ ਭੋਜਲ ਜੀ ਦੇ ਐਫਰਟ ਦੇ ਨਾਲ SIT ਬਣੀ ਤੇ SIT ਦਾ ਸਥਾਪਨ ਹੋਣੇ ਵਿੱਚ ਕੀ ਪ੍ਰੋਬਲਮ ਆਈ, SIT ਬਣ ਗਈ। ਉਹਦੇ ਬਾਅਦ ਫਿਰ ਇਨਵੈਸਟੀਗੇਸ਼ਨ ਕਰਨ ਦੇ ਵਿੱਚ ਤੇ ਪ੍ਰੋਸੀਕਿਊਸ਼ਨ ਕਰਨ ਦੇ ਵਿੱਚ ਕੀ ਪ੍ਰੋਬਲਮ ਆਈ। ਤੇ ਇਹ 39 ਇਅਰਸ ਦੀ ਜਰਨੀ ਇੱਕ ਲਰਨਿੰਗ ਦੀ ਤਰ੍ਹਾਂ ਹੈ ਕਿ ਇੱਕ ਤਰਫ ਤੇ ਅਗਰ ਤੁਹਾਡੇ ਨਾਲ ਕभी ਕੁਛ ਇੱਦਾਂ ਹੋ ਜਾਏ ਤੇ ਲੀਗਲ ਜਸਟਿਸ ਕਿੱਦਾਂ ਪਾਇਆ ਜਾ ਸਕਦਾ ਹੈ। ਦੂਜਾ ਜਦ ਸਭ ਕੁਝ ਖਤਮ ਹੋ ਜਾਏ, ਲੋਕਾਂ ਦੀ ਦੁਕਾਨਾਂ ਸਾੜ ਦਿੱਤੀ, ਘਰ ਸਾੜ ਦਿੱਤੇ, ਜੈਂਟ ਸਾਰੇ ਖਤਮ ਹੋ ਗਏ, ਸਿਰਫ ਲੇਡੀਜ਼ ਛੋਟੇ ਬੱਚੇ ਰਹਿ ਗਏ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਰੀਹੈਬਿਲਿਟੇਸ਼ਨ ਦੇ ਵਿੱਚ ਲਾਏ ਤੇ ਇਹ ਸਭ ਬਤਾਉਣ ਦੀ ਸਾਡੀ ਕੋਸ਼ਿਸ਼ ਹੈ। ਬਿਲਕੁਲ। ਇੱਕ ਤਾਂ ਕਤਲੇਆਮ ਕੀਤਾ ਗਿਆ, ਇੱਕ ਇਨਸਾਫ ਨਹੀਂ ਦਿੱਤਾ, ਉਹ ਇੱਕ ਵੱਖਰੀ ਵਧੀਕੀ ਹੈ। ਉਹ ਵਧੀਕੀ ਨੂੰ ਤੁਸੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ। ਤੇ ਫਿਲਮ ਕਦੋਂ ਰਿਲੀਜ਼ ਹੋਣੀ ਹੈ ਤੇ ਕਿੱਥੇ ਰਿਲੀਜ਼ ਹੋਣੀ? ਇਹ ਬੇਸਿਕਲੀ ਸਾਰੇ ਥੀਏਟਰਸ ਦੇ ਵਿੱਚ ਤੇ OTT ਪਲੇਟਫਾਰਮ ਦੇ ਵਿੱਚ ਆਏਗੀ ਤੇ ਉਹਦੀ ਸਾਡਾ ਕੰਪਲੀਸ਼ਨ ਦੇ ਉੱਤੇ ਕੰਮ ਚੱਲ ਰਿਹਾ ਤੇ ਅਸੀਂ ਕੋਸ਼ਿਸ਼ ਕਰਕੇ 31 ਅਕਤੂਬਰ 2023 ਜਾਂ ਨਵੰਬਰ ਦੇ ਵਿੱਚ ਲੇਟ ਟੂ ਲੇਟ ਇਸੀ ਸਾਲ ਇਹ ਫਿਲਮ ਨਿਕਾਲ ਦਾਂਗੇ। ਠੀਕ ਹੈ। ਫਿਲਮ 'ਚ ਕਿਹੜੇ ਕਿਹੜੇ ਕਿਰਦਾਰ ਨੇ ਜਾਂ ਪੰਜਾਬੀ ਜਗਤ ਦੇ ਕੋਈ ਵੱਡਾ ਨਾਮ ਫਿਲਮ 'ਚ ਤੁਸੀਂ ਲਿਆ? ਨਹੀਂ, ਉਹ ਬੜੇ ਸਾਰੇ ਉਹਦੇ ਵਿੱਚ ਇਸ਼ੂਜ਼ ਆਏ ਕਿਉਂਕਿ ਅਗਰ ਤੁਸੀਂ ਫੈਕਟਸ ਐਂਡ ਫਿਗਰਸ ਜਿਸ ਤਰੀਕੇ ਨਾਲ ਅਸੀਂ ਬਚਾਉਣਾ ਚਾਹ ਰਹੇ ਹਾਂ ਉਹਦੇ ਵਿੱਚ ਡਰਾਮਾਟਿਜ਼ਮ ਬੜਾ ਕਮ ਹੈ। ਮੇਨ ਕਿਉਂਕਿ ਰਿਐਲਿਟੀ ਹੈ ਤੇ ਉਹਦੇ ਵਿੱਚ ਬੜੇ ਸਾਰੇ ਪਰਛ ਆਤੇ ਜਿਹੜੇ ਹਰ ਕੋਈ ਨਹੀਂ ਕਰ ਸਕਦਾ ਤੇ ਇਸੀ ਵਜ੍ਹਾ ਦੇ ਨਾਲ ਅਸੀਂ ਫਿਰ ਇਹ ਕੋਸ਼ਿਸ਼ ਕੀਤੀ ਹੈ ਕਿ ਬਈ ਜਿਹੜੇ ਕੁਝ ਲੋਕਲ ਆਰਟਿਸਟ ਆਏ ਹੈ ਉਹਨਾਂ ਨੂੰ ਲੈ ਕੇ ਅਸੀਂ ਇਹ ਬਣਾਈ। ਠੀਕ ਹੈ। बट इट विल बी हाँ हाई कंटेंट एंड इट इज़ 100% प्योरली बेस्ड ऑन फैक्ट्स और वो भी पब्लिक डोमेन ਦੇ ਵਿੱਚ ਤੇ ਜਿਹੜਾ ਪਹਿਲੇ ਕੇਰਲਾ ਸਟੋਰੀਜ਼ ਆਈ ਹੈ ਜਾਂ ਪਹਿਲੇ ਕਸ਼ਮੀਰ ਫਾਈਲ ਆਈ ਹੈ ਉਹਦੇ ਵਿੱਚ ਕਿੰਨੀ ਸੱਚਾਈ ਹੈ ਕਿਤਨੀ ਨਹੀਂ ਉਹ ਤੇ ਅਸੀਂ ਕੁਝ ਕਮੈਂਟਰੀ ਨਹੀਂ ਕਰ ਸਕਦੇ। ਬਟ ਇੱਥੇ ਹਾਰਡਕੋਰ ਰਿਐਲਿਟੀ ਹੈ, ਕੇਸਿਸ ਹੈ, ਇਨਵੈਸਟੀਗੇਸ਼ਨਸ ਹੈ, FIRs ਹੈ, ਲੀਗਲ ਬੈਟਲ ਦੇ ਥਰੂ ਇਹ ਸਭ ਆਇਆ। ਜਿਹੜੀ ਹੁਣ ਫਿਲਮ ਜਿਸ ਬੇਸ ਹੈ ਤੁਹਾਡਾ ਫਿਲਮ ਦਾ ਆਧਾਰ ਬਣਾ ਰਹੇ ਹੋ, ਜਾਂ ਤੁਸੀਂ ਵਿਕਟਮ ਨੂੰ ਮਿਲੇ ਜਾਂ ਜਿਹੜੇ ਪੈਰਵਾਈ ਕਰ ਰਹੇ ਨੇ ਵਕੀਲ ਸਾਹਿਬ ਨੂੰ ਮਿਲੇ, ਹੁਣ ਪੁਲਿਸ ਦਾ ਸਹਿਯੋਗ ਠੀਕ ਹੈ ਉੱਥੇ ਇਸ ਕੇਸ ਨੂੰ ਲੈ ਕੇ? ਹੁਣ ਕਿਉਂਕਿ ਇਹ ਕੇਸ ਕਾਫੀ ਲਾਈਮਲਾਈਟ ਦੇ ਵਿੱਚ ਆ ਗਿਆ ਤੇ ਸਰਕਾਰ ਵੀ ਚੇਂਜ ਹੋਈ ਹੈ ਤੇ ਉਹਦੇ ਬਾਅਦ ਹੀ ਇਹ ਸਾਰੀ ਕਾਰਵਾਈ ਹੋਈ। ਵਰਨਾ 35 ਸਾਲ ਤੇ ਕਿਸੇ ਸਰਕਾਰ ਨੇ ਇਤਨੀ ਵੀ ਤਵੱਜੂ ਨਹੀਂ ਕੀਤੀ ਕਿ 127 ਜਿਹੜੇ FIR ਦਰਜ ਹੈ ਕਿਉਂਕਿ ਇਹ ਜਿਹੜੀ ਸਟੋਰੀ ਕਵਰ ਕਰ ਰਹੀ ਹੈ ਜਾਂ ਜਿਹੜੀ ਇਹ ਪੈਰਵੀ ਹੋ ਰਹੀ ਹੈ ਇਹ ਸਿਰਫ ਹੋ ਰਹੀ ਹੈ ਜਿਹੜੇ 127 ਕੇਸਿਸ ਦਰਜ ਹੋਏ, ਬੜੇ ਅਨਕਲੇਮਡ ਕੇਸਿਸ ਜਿਹੜੇ ਸਾਹਮਣੇ ਆਏ ਨਹੀਂ ਉਹਦੀ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ, ਕੋਈ ਸਾਹਮਣੇ ਹੈ ਹੀ ਨਹੀਂ। ਸਿੱਟ ਨੇ ਉਹੀ ਪੁਰਾਣੀ FIR ਨੂੰ ਬੇਸ ਬਣਾਇਆ ਹਾਂਜੀ, ਕਿ ਨਵੀਂ ਕੋਈ FIR ਦਰਜ ਨਹੀਂ ਨਹੀਂ? ਜਿਹੜੀ ਪੁਰਾਣੀ ਸੀ ਉਹਨਾਂ ਨੂੰ ਲੈ ਕੇ ਕਿਉਂਕਿ ਨਈ ਵਾਲੀ ਦੇ ਨਹੀਂ, ਪਹਿਲੇ ਜਿਹੜੇ ਪੁਰਾਣੇ ਆਲਰੇਡੀ ਦਸਤਾਵੇਜ਼ ਸੀ ਪਬਲਿਕਲੀ ਅਵੇਲੇਬਲ ਸੀ ਡੋਮੇਨ ਦੇ ਵਿੱਚ ਉਹਦੇ ਉੱਤੇ ਹੀ ਪੈਰਵੀ ਕਰੀ ਗਈ ਹੈ ਤੇ ਇਸੀ ਵਜ੍ਹਾ ਦੇ ਨਾਲ ਪ੍ਰਸੂਨ ਜੀ ਐਂਡ ਭੋਜਲ ਜੀ ਨੇ ਉਹਨਾਂ ਨੂੰ ਹੀ ਬੇਸ ਬਣਾਇਆ ਤੇ ਸਾਡੀ ਫਿਲਮ ਵੀ ਉਹਦੇ ਉੱਤੇ ਹੀ ਆਧਾਰਿਤ ਹੈ। ਠੀਕ ਹੈ, ਸ਼ੁਕਰੀਆ। ਸੋ ਇੱਕ ਵਾਰ ਕਾਨਪੁਰ ਫਾਈਲਾਂ ਨਾਂ ਦੀ ਫਿਲਮ ਆਏਗੀ, ਨਵੀਂ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਕਿੱਦਾਂ ਸਿੱਖਾਂ ਨਾਲ ਬੇਇਨਸਾਫੀ ਹੋਈ, ਕਿੱਦਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਤਲ ਦਿੱਲੀ ਵਿੱਚ ਹੋਇਆ ਪਰ ਇਹਦਾ ਸੇਕ ਪਹੁੰਚਿਆ ਵੱਖ-ਵੱਖ ਸ਼ਹਿਰਾਂ ਵਿੱਚ ਜਾਣਬੁੱਝ ਕੇ ਸਿੱਖ ਵਿਰੋਧੀ ਜੋ
ਕਾਂਗਰਸ ਨੇ ਜਾਂ ਉਸ ਵੇਲੇ ਮਰਹੂਮ ਇੰਦਰਾ ਗਾਂਧੀ ਨੇ ਆਪਣੇ ਤੋਂ ਪਹਿਲਾਂ ਰਾਜ ਵੇਲੇ ਸਿੱਖਾਂ ਵਿਰੋਧੀ ਜੋ ਪ੍ਰਚਾਰ ਕੀਤਾ ਸੀ, ਉਸ ਕਾਰਨ ਉਸ ਪ੍ਰਚਾਰ ਦੇ ਕਾਰਨ ਸਿੱਖ ਕਤਲੇਆਮ ਕੀਤਾ ਗਿਆ। ਬਕਾਇਦਾ ਇੱਕ ਯੋਜਨਾ ਬਣਾਈ ਗਈ। ਸੋ ਆਪਣਾ ਰਾਜ ਭਾਗ ਬਚਾਉਣ ਵਾਸਤੇ ਹੋਰ ਇਨਸਾਨਾਂ ਨੂੰ ਖਤਮ ਕਰ ਦੇਣਾ, ਇਹ ਕਿੱਥੋਂ ਦੀ ਰਾਜਨੀਤੀ ਹੈ? ਵੱਡੇ ਸਵਾਲ ਨੇ। ਸੋ ਇਹਨਾਂ ਸਵਾਲਾਂ ਦੇ ਜਵਾਬ ਹੋ ਸਕਦਾ ਇਸ ਫਿਲਮ ਵਿੱਚੋਂ ਮਿਲ ਜਾਣ। ਕੈਮਰਾਮੈਨ ਜਗਸੀਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।